ਲੰਬੇ ਸਮੇਂ ਤੋਂ ਸਿਆਸੀ ਫੁੱਟ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਇੱਕ ਹੋਰ ਵੱਡੀ ਚੁਣੌਤੀ ਸਾਹਮਣੇ ਆ ਗਈ ਹੈ। ਇਹ ਚੁਣੌਤੀ ਅਕਾਲੀ ਦਲ ਦੇ ਦੋ ਦਿਗਜ ਪਰਿਵਾਰਾਂ ਦਰਮਿਆਨ ਇੱਕ ਵਾਰ ਚੋਣਾਂ ਤੋਂ ਪਹਿਲਾਂ ਉੱਭਰ ਗਈ ਹੈ। ਦਰਅਸਲ ਪੰਜਾਬ ਦੀ ਸਿਆਸਤ ਵਿੱਚ ਵੱਡਾ ਰਸੂਖ ਰੱਖਣ ਵਾਲੇ ਅਕਾਲੀ ਦਲ ਦੇ ਦੋ ਚੋਟੀ ਦੇ ਪਰਿਵਾਰ ਆਹਮੋ ਸਾਹਮਣੇ ਹੋ ਗਏ ਹਨ। ਸਾਬਕਾ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ, ਜੋ ਕਿ ਬਾਦਲ ਪਰਿਵਾਰ ਦੇ ਜਵਾਈ ਵੀ ਹਨ, ਆਪਣਾ ਹਲਕਾ ਛੱਡ ਖੇਮਕਰਨ ਹਲਕੇ ਵਿੱਚ ਸਰਗਰਮੀਆਂ ਵਧਾ ਦਿੱਤੀਆਂ ਹਨ ਅਤੇ ਵੱਖ-ਵੱਖ ਪਿੰਡਾਂ 'ਚ ਮੀਟਿੰਗ ਦਾ ਸਿਲਸਿਲਾ ਵੀ ਆਰੰਭ ਕਰ ਦਿੱਤਾ ਹੈ। ਬਾਕਾਇਦਾ ਇਹ ਐਲਾਨ ਵੀ ਕੀਤਾ ਗਿਆ ਹੈ ਕਿ ਕੈਰੋ ਪਰਿਵਾਰ ਦਾ ਕੋਈ ਮੈਂਬਰ ਹਲਕਾ ਖੇਮਕਰਨ ਤੋਂ ਹੀ ਚੋਣ ਲੜੇਗਾ, ਜਿਸ ਨਾਲ ਇਲਾਕੇ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਤਰਨਤਾਰਨ ਤੋਂ ਰਿੰਪਲ ਗੋਲਨ ਦੀ ਰਿਪੋਰਟ ਲਾਈਵ। ਇਲਾਕੇ ਦੀ ਪਿੰਡ ਦੀ ਬਾਹਰ ਦੀ ਜੋ ਵੀ ਸਾਡੇ ਵੀਰ ਭਰਾ ਪਹੁੰਚ ਚੁੱਕੇ ਆ, ਸਾਨੂੰ ਇੰਨੀ ਖੁਸ਼ੀ ਹੋਈ ਆ ਮੰਤਰੀ ਸਾਹਿਬ ਦੇ ਆਉਣ ਨਾਲ, ਅਸੀਂ ਉਹ ਖੁਸ਼ੀ ਬਿਆਨ ਨਹੀਂ ਕਰ ਸਕਦੇ। ਸਾਨੂੰ ਇਹ ਬੜੇ ਲੰਬੇ ਸਮੇਂ ਤੋਂ ਇਹਨਾਂ ਦੀ ਆਸ ਸੀ ਕਿ ਸਾਡੇ ਇਲਾਕੇ ਵਿੱਚ ਇਹ ਚਰਨ ਪਾਉਣ ਆਣ ਕੇ ਹਲਕੇ ਦੀ ਵਾਗ ਡੋਰੇ ਸਾਹਮਣ ਉਹ ਬੇਨਤੀਆਂ ਜਿਹੜੀਆਂ ਸਾਨੂੰ ਕੋਈ 2 ਸਾਲ 3 ਸਾਲ ਹੋ ਗਏ ਸਾਰੇ ਹਲਕੇ ਵਾਲਿਆਂ ਨੂੰ ਕਰਦਿਆਂ, ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕੀਤਾ। ਅਸੀਂ ਇਹਨਾਂ ਦਾ ਉਹ ਸਾਡੇ ਕੋਲ ਲਫ਼ਜ਼ ਨਹੀਂ ਜੋ ਇਹਨਾਂ ਸਾਡੇ ਮੰਨੀ ਆ, ਅਸੀਂ ਕਹਿ ਨਹੀਂ ਸਕਦੇ। ਉਹ ਸਾਨੂੰ ਬੜਾ ਤਗੜਾ ਮਾਣ ਆ। ਬਾਕੀ ਜੋ ਵੀ ਇਹਨਾਂ ਕੰਮ ਕੀਤੇ ਉਹਨਾਂ ਬਾਰੇ ਕੰਮਾਂ ਦੇ ਹਲਕੇ ਦੇ ਪੱਟੀ ਦੇ ਜਾਂ ਬਲਟੋਏ ਹਲਕੇ ਦੇ, ਭਾਵੇਂ ਹਲਕਾ ਦੇ ਇਹਨਾਂ ਦਾ ਪੱਟੀ ਹੀ ਹੁੰਦਾ, ਬਾਕੀ ਬਲਟੋਏ ਵਾਲਿਆਂ ਦੀ ਇਹਨਾਂ ਸਦਾ ਹੀ ਬਾਂਹ ਫੜੀ ਨਾਲ। ਇਹ ਨਹੀਂ ਕੋਈ ਆਖ ਸਕਦਾ ਸਾਡਾ ਕੰਮ ਨਹੀਂ ਕੀਤਾ ਨਾ। ਜਿਹੜਾ ਵੀ ਇਹਨਾਂ ਕੋਲ ਪਹੁੰਚ ਚੁੱਕਾ ਉਹਦਾ ਕੰਮ ਉਥੋਂ ਹੋ ਕੇ ਮੁੜੇ ਖਾਲੀ ਕੋਈ ਨਹੀਂ ਆਇਆ। ਬਾਕੀ ਜਿਹੜੇ ਕਈ ਅਨਸਰ ਬੋਲਦੇ ਆ ਇਹਨਾਂ ਦੀ ਪੱਟੀ ਨਹੀਂ ਸਾਂਭੀ ਜਾਂਦੀ, ਇਹਨਾਂ ਦਾ ਬਲਟੋਆ ਕਿੱਥੋਂ ਸਾਂਭ ਲੈਣਾ। ਮੈਂ ਚੇਤਾਵਨੀ ਤੋਂ ਆਉਣਾ, ਇਹ ਜਿੰਨੀ ਸੰਗਤ ਬੈਠੀ ਆ ਇਹ ਗੱਲਾਂ ਢਿੱਡ ਚੋਂ ਕੱਢ ਦੋ। ਇਹ ਪੱਟੀ ਛੱਡ ਕੇ ਬਟੋਆ ਹੋਰ ਸਾਰਾ ਪੰਜਾਬ ਸਾਂਭੀ ਫਿਰਦੇ ਆ। ਇਹ ਉਹਨਾਂ ਨੂੰ ਭੁਲੇਖੇ ਉਹਨਾਂ ਬੰਦਿਆਂ ਨੂੰ ਜਿਹੜਾ ਆਖਦਾ ਵੀ ਪੱਟੀ ਨਹੀਂ ਸਾਂਭੀ ਜਾਂਦੀ, ਇਹਨਾਂ ਬਟੋਆ ਕਿੱਥੋਂ ਸਾਂਭ ਲੈਣਾ। ਇਹ ਸਾਰੇ ਪੰਜਾਬ ਦੇ ਮਾਲਕ ਆ। ਵੇਖੋ ਅੱਜ ਤੋਂ 40 ਸਾਲ ਪਹਿਲਾਂ ਇਹਨਾਂ ਦੇ ਦਾਦਾ ਜੀ ਆਪਣੇ ਚੀਫ ਮਿਨਿਸਟਰ ਰਹੇ ਆਪਣੇ ਇੱਥੋਂ ਦੇ ਪੰਜਾਬ ਦੇ, ਤੇ ਇਹ ਸ਼ਬਦ ਜਿਹੜੇ ਕਹਿਣੇ ਬੰਦੇ ਨਹੀਂ ਕਿ ਜੋ ਇਹਨਾਂ ਕਹੇ ਲੋਕਾਂ ਨੇ, ਉਹ ਆਪਣੀ ਪਹਿਲਾਂ ਸੋਚ ਸਮਝੇ ਪੀੜੀ ਸਾਡਾ ਸੋਟਾ ਮਾਰਨ, ਅਸੀਂ ਕੀ ਇਹਨਾਂ ਨੂੰ ਕਹਿਣਾ। ਇਹ ਬਹੁਤ ਉੱਚ ਕੋਟੀ ਦੇ ਆ। ਆਂਦੇ ਜਿਹੜਾ ਕੋਈ ਰਾਜਾ ਬਣਦਾ, ਜੇ ਰਾਜੇ ਬਣੇ ਆ ਪਿਛਲੇ ਇਹਨਾਂ ਦੇ ਜਨਮ ਕੀ ਪਤਾ ਕਿੰਨੇ ਕੇ ਇਹਨਾਂ ਪੁੰਨ ਕੀਤੇ ਆ, ਪਿਛਲੇ ਜਨਮਾਂ ਜਿਹੜਾ ਤਪ ਕੀਤੇ ਹੁੰਦੇ ਆ, ਫੇਰ ਗੱਦੀਆਂ ਨੂੰ ਮਿਲਦੀਆਂ। ਗੱਦੀਆਂ ਲੈਣੀਆਂ ਸੌਖੀ ਗੱਲ ਨਹੀਂ, ਕੋਈ ਰਾਜ ਪਾ ਕੇ ਮਿਲਦੇ ਆ, ਮਾੜੇ ਬੜੀ ਤਗੜੀ ਗੱਲ ਹੁੰਦੀ ਆ। ਬਾਕੀ ਵੇਖੋ ਜੀ ਇੱਕ ਨਿੱਕੀ ਜਿਹੀ ਮਿਸਾਲ ਆ, ਇੱਕ ਛੱਪੜ ਹੁੰਦਾ, ਛੱਪੜ ਦੇ ਵਿੱਚ ਕੀ ਪੈਦਾ ਹੁੰਦਾ, ਡੱਡੂ ਪੈਦਾ ਹੁੰਦਾ ਹੈ। ਇੱਕ ਸਮੁੰਦਰ ਦੇ ਵਿੱਚ ਕੀ ਪੈਦਾ ਹੁੰਦਾ, ਹੀਰੇ ਮੋਤੀ ਜਵਾਹਰ ਜੋ ਮਰਜ਼ੀ ਉਥੋਂ ਪੈਦਾ ਹੁੰਦਾ। ਜੇ ਸਮੁੰਦਰ ਦੀ ਛਾਲ ਆਉਂਦੀ ਆ ਨਾ, ਉਹ ਠੱਲੀ ਨਹੀਂ ਜਾਂਦੀ। ਛੱਪੜ 'ਚ ਕੋਈ ਬੁਲਾਰਾ ਵਜੇ ਉਹਦਾ ਪਤਾ ਨਹੀਂ ਲੱਗਦਾ ਕਿ ਲੱਗਦਾ। ਦੱਸੋ ਇਹ ਸਮੁੰਦਰ ਆ, ਜੇ ਕੋਈ ਬੰਨ ਰੁੜ ਜੇ ਨਾ, ਬੰਨ ਨੂੰ ਬੰਨਣਾ ਬੜਾ ਔਖਾ। ਤੇ ਜਿਹੜਾ ਸੂਆ ਹੁੰਦਾ ਉਹ ਅੱਧੇ ਘੰਟੇ 'ਚ ਬੰਨ੍ਹਦੀ ਦਾ ਪਿੰਡ ਵਾਲੇ ਬੰਨ ਦਿੰਦੇ ਆ। ਜਿਹੜਾ ਦਰਿਆ ਰੁੜਦਾ ਉਹ ਨਹੀਂ ਵੱਜਦਾ, ਭਾਵੇਂ ਸਾਰਾ ਪੰਜਾਬ ਲੱਗ ਪਵੇ। ਇਹ ਪੰਜਾਬ ਇੱਕ ਆਪਣੇ ਭਾਅ ਦਾ। ਬਾਕੀ ਮੈਂ ਇੰਨਾ ਕੁਝ ਬੋਲਦਾ, ਜ਼ਿਆਦਾ ਨਹੀਂ ਬੋਲਣਾ। ਚਲੋ ਇਹਨਾਂ ਨੇ ਸਾਨੂੰ ਰੋਕਿਆ ਬੜਾ ਵੀ ਆਪਾਂ ਠੰਡੇ ਸੁਭਾਅ ਨਾਲ ਚੱਲਣਾ, ਠੰਡੇ ਧੀਰੇ ਧੀਰੇ ਚੱਲਾਂਗੇ। ਅੱਜ ਤੋਂ ਇਹ ਮੇਰੇ ਨਾਲ ਵਿਸ਼ਵਾਸ ਹੋਣਾ ਸੰਗਤ ਨੂੰ ਵੀ ਆਉਣ ਵਾਲੇ ਬਲਟੋਏ ਹਲਕੇ ਦੀ ਇਹ ਜਿਹੜੀ ਆਪਣੀ ਆ ਟਿਕਟ ਇਹਨਾਂ ਕੋਲ ਵਧਾਇਆ ਕਿ ਆਉਣ ਵਾਲੇ ਮੰਤਰੀ ਇਹ ਬਣ ਗਏ ਇੱਥੋਂ ਦੇ। ਇਹ ਭੁਲੇਖੇ ਕੱਢ ਦੋ ਜਿਨ੍ਹਾਂ ਦੇ ਮਨਾਂ 'ਚ ਬੜੇ ਵੀ ਮੰਤਰੀ ਸਾਹਿਬ ਇੱਥੇ ਆਉਣਾ ਨਹੀਂਗਾ, ਉਹ ਫੇਰ ਹੀ ਨਹੀਂ ਲਾਉਂਦੇ, ਫੋਨ ਨਹੀਂ ਚੁੱਕਦੇ। ਇਹ ਬੜੀਆਂ ਤਗੜੀਆਂ ਗੱਲਾਂ ਸੁਣ ਮਿਲਦੀਆਂ ਸੀ। ਮੰਤਰੀ ਸਾਹਿਬ ਤੁਹਾਡੇ ਕੋਲ ਠੀਕ ਨਹੀਂ ਆਇਆ ਕਰਨਗੇ, ਜੋ ਜਿਹੜਾ ਮਰਜ਼ੀ ਬੰਦਾ ਫੋਨ ਕਰੇ ਫੋਨ ਚੁੱਕਣਗੇ। ਪਿੰਡਾਂ ਜਾ ਕੇ ਮੀਟਿੰਗ ਕਰਾਂਗੇ ਆਪਾਂ। ਇਹ ਨਹੀਂ ਵੀ ਇਹਨਾਂ ਆਉਣਾ ਨਹੀਂ, ਆਈ ਦੇ ਕੇ ਮੁੜ ਕੇ ਲੱਭਣਾ ਨਹੀਂਗਾ। ਇਹ ਹੁਣ ਵੱਡੋਏ ਹਲਕੇ 'ਚ ਰਹਿਣਗੇ ਆਪਣੇ। ਬਾਕੀ ਹੁਣ ਮੈਂ ਇਹਨੇ ਸ਼ਬਦਾਂ ਨਾਲ ਫਤਿਹ ਬੁਲਾਉਂਦਾ, ਇੱਕ ਦੋ ਨਾਰੇ ਲਾਈ ਇਹਨਾਂ ਦੀ ਖੁਸ਼ੀ ਵਿੱਚ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਜੀ ਆਣ। ਬਹੁਤ ਗੁਰੂ ਸਾਹਿਬ ਸੰਗਤ, ਬਜ਼ੁਰਗ ਵੀਰੋ, ਨੌਜਵਾਨ ਜੋ ਇੱਥੇ ਇਕੱਤਰ ਹੋਏ ਆ, ਸਟੇਜ ਤੇ ਬੈਠੇ ਬੜੇ ਕੁਰਬਾਨੀ ਵਾਲੇ ਸਾਡੇ ਭਰਾ, ਬੜੇ ਮਿਹਨਤੀ, ਜਿਨ੍ਹਾਂ ਦਾ ਮੈਨੂੰ ਬੜਾ ਮਾਣ ਹੈ ਕੋਲ ਬਹਿ ਕੇ ਸਭ ਨੂੰ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਲੰਬੇ ਸਮੇਂ ਤੋਂ ਜੀ ਆਪ ਜਾਣਦੇ ਹੋ ਕਿ ਬਜ਼ੁਰਗਾਂ ਤੋਂ ਜਦੋਂ ਹਲਕੇ ਵੱਡੇ ਹੁੰਦੇ ਸੀ ਜੀ, ਤੇ ਬਾਰਡਰ ਤੋਂ ਲੈ ਕੇ ਸਰਹਾਲੀ ਤੋਂ ਪਾਰ ਤਾਈਂ ਵੀ ਹਲਕਾ ਹੁੰਦਾ ਸੀ।
ਤੇ ਉਸ ਜ਼ਮਾਨੇ ਵਿੱਚ ਘੋੜੀਆਂ ਤੇ ਇਲੈਕਸ਼ਨ ਲੜਦੇ ਹੁੰਦੇ ਸੀ, ਪ੍ਰਤਾਪ ਸਿੰਘ ਕਹਿ ਲਓ। ਉਸ ਤੋਂ ਬਾਅਦ ਜੀ ਥੋੜੀ ਬਹੁਤੀ ਹਲਕਿਆਂ ਦੀ ਵੰਡ ਬਦਲ ਆਈ ਤੇ ਫਿਰ ਸਰਦਾਰ ਜੀ ਉਹਨਾਂ ਨੇ ਲੜੀਆਂ ਇਲੈਕਸ਼ਨਾਂ ਤੇ 1997 ਤੋਂ ਭਿੱਖੀਵਿੰਡ ਥਾਈ ਆ ਜਿੰਨੇ ਪਿੰਡ ਪੈ ਜਾਂਦੇ ਨੇ ਭਿੱਖੀਵਿੰਡ, ਸੁਰ ਸਿੰਘ, ਆ ਸਾਰਾ ਏਰੀਆ ਮਰਗੇਪੁਰਾ ਜੀ, ਵੱਡੀ ਮੱਕੀ, ਇਹ ਸਾਰੇ ਏਰੀਏ ਪੂਲਾ ਪਿੰਡ ਹੋਇਆ ਜੀ। ਤੇ ਇਹਦੇ ਵਿੱਚ ਜੀ ਸੰਗਤਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਬੜੇ ਲੰਬੇ ਸਮੇਂ ਸੇਵਾ ਕੀਤੀ ਜੀ। ਮੈਨੂੰ ਅੱਜ ਲਗਭਗ ਜੀ ਵੱਡੇ ਸਰਦਾਰ ਜੀ ਆਪਣੇ ਪਿਤਾ ਜੀ ਨਾਲ ਕੰਮ ਕਰਦਿਆਂ ਨੂੰ ਕੋਈ 44-45 ਸਾਲ ਹੋ ਗਏ ਔਰ ਸੰਗਤਾਂ ਨੇ ਆ 45 ਸਾਲ 'ਚ ਬਹੁਤ ਪਿਆਰ ਬਖਸ਼ਿਆ, ਸਿਖਾਇਆ ਬੜਾ ਕੁਛ, ਕੰਮ ਕਰਨ ਦੇ ਤਰੀਕੇ, ਪਿਆਰ ਬੜਾ ਬਣਾਇਆ। ਔਰ ਵੱਡੀ ਗੱਲ ਇਹ ਹੈ ਕਿ ਜੋ ਜੀ ਰਿਸ਼ਤੇ ਕਾਇਮ ਕਰ ਲਏ ਨੇ ਉਹ ਰਿਸ਼ਤੇ ਅਨਮੋਲ ਨੇ। ਯਕੀਨ ਸੰਗਤਾਂ ਕਹਿ ਲਓ, ਮੈਨੂੰ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ, 10 ਸਾਲ ਇੱਕ ਪੰਜਾਬ ਦੀ ਫੂਡ ਮਹਿਕਮੇ ਦੀ ਜ਼ਿੰਮੇਵਾਰੀ ਦਿੱਤੀ, ਜਿਹਦੇ ਵਿੱਚ ਕਿ ਮੇਰਾ ਦਿੱਲੀ ਦੇ ਨਾਲ ਸੈਂਟਰ ਸਰਕਾਰ ਦੇ ਨਾਲ ਬਹੁਤ ਭਾਵ ਸੀ। ਕਿਸਾਨ ਯੂਨੀਅਨ ਸਾਰਿਆਂ ਨੂੰ ਮਿਲੀਦਾ ਸੀ, ਸਾਰਿਆਂ ਦੀਆਂ ਪਹਿਲਾਂ ਪੁੱਛ ਲਈਦਾ ਸੀ ਕਿ ਤੁਸੀਂ ਕੀ ਚਾਹੁੰਦੇ ਹੋ, ਉਸ ਤਰ੍ਹਾਂ ਆਪਣਾ ਕੇਸ ਤਿਆਰ ਕਰੀਦਾ ਸੀ। ਮਜ਼ਦੂਰ ਯੂਨੀਅਨ ਨੂੰ ਅੱਡ ਮਿਲੀਦਾ ਸੀ, ਟਰੱਕ ਯੂਨੀਅਨ ਨੂੰ ਅੱਡ ਮਿਲੀਦਾ ਸੀ, ਆੜ੍ਹਤੀਆਂ ਨੂੰ ਅੱਡ, ਮਤਲਬ ਜੋ ਵੀ ਯੂਨੀਅਨ ਹੁੰਦਾ ਜੀ, ਜੋ ਪੰਜਾਬ ਦਾ ਆਪਾਂ ਕਹਿੰਦੇ ਜਿਸ ਦੇ ਦੁਆਲੇ ਪੰਜਾਬ ਹੁੰਦਾ ਹੈ, ਉਹ ਸਾਰਿਆਂ ਦੀ ਲੋੜਾਂ, ਜ਼ਰੂਰਤਾਂ, ਚਾਹਤਾਂ, ਮੰਗਾਂ ਨੋਟ ਕਰਕੇ ਡੀਪੂ ਹੈ, ਕੋਈ ਗਰੀਬ ਪਰਿਵਾਰ ਹੈ ਜਿਹਨੂੰ ਕੋਈ ਕਣਕ ਨਹੀਂ ਮਿਲਦੀ, ਦਾਲ ਨਹੀਂ ਮਿਲਦੀ, ਮਿੱਠੀਆ ਤੇਲ ਨਹੀਂ ਮਿਲਦਾ ਸੀ ਉਸ ਜ਼ਮਾਨੇ ਵਿੱਚ, ਉਹ ਸਾਰਿਆਂ ਦੀ ਲੋੜਾਂ ਪੁੱਛ ਕੇ ਇੱਕ ਜਾ ਕੇ ਦਿੱਲੀ ਵਕਾਲਤ ਕਰਨੀ ਪੈਂਦੀ ਸੀ ਕਿ ਕੋਈ ਧੱਕਾ ਨਾ ਹੋਵੇ। 10 ਸਾਲ ਵਕਾਲਤ ਕੀਤੀ ਹੈ ਜੀ, ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਉਹ 10 ਸਾਲ ਦੇ ਵਿੱਚ ਕਦੇ ਸੈਂਟਰ ਤੋਂ ਕੋਈ ਇਹੋ ਜਿਹਾ ਕਾਨੂੰਨ ਨਹੀਂ ਬਣਾ ਦਿੱਤਾ ਜਿਹਦੇ ਕਰਕੇ ਅੱਜ ਲੱਖਾਂ ਵੀਰ ਭਰਾ ਬੇਰਾਮ ਹੋ ਰਹੇ ਨੇ, ਦੁਖੀ ਹੋ ਰਹੇ ਨੇ ਤੇ ਮੌਤ ਤੇ ਬੈਠੇ ਨੇ। ਇਹ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜਦੋਂ ਇਹ ਜ਼ਿੰਮੇਵਾਰੀ ਸਿਰ 'ਚ ਪੈ ਜਾਂਦੀ ਹੈ ਤਾਂ ਬੰਦਾ ਹੋਰ ਸਾਰੇ ਕੰਮ ਨਿੱਕੇ ਮੋਟੇ ਭੁੱਲ ਜਾਂਦਾ। ਜਦੋਂ ਤਾਂ ਲੱਗਦਾ ਸੀ ਵੀ ਪਤਾ ਨਹੀਂ ਦਿੱਲੀ ਕੀ ਨਾ ਕੰਮ ਹੈ, ਅੱਜ ਮੇਰਾ ਖਿਆਲ ਹਰੇਕ ਨੂੰ ਅਹਿਸਾਸ ਹੋ ਗਿਆ ਕਿ ਦਿੱਲੀ ਨਾ ਜਾਣ ਕਰਕੇ, ਲੀਡਰਸ਼ਿਪ ਫੇਲੀਅਰ ਕਰਕੇ ਆਵਾਮ ਆਪ ਉੱਠ ਕੇ ਜਾ ਕੇ ਦਿੱਲੀ ਬੈਠਣ ਦੀ ਲੋੜ ਪੈਂਦੀ। ਸੋ ਇਹ ਚੀਜ਼ਾਂ ਵੀ ਦਿਖਦੀਆਂ ਨਹੀਂ ਹੁੰਦੀਆਂ, ਪਰ ਇਹ ਕੰਮ ਜਿਹੜੇ ਹੁੰਦੇ ਨੇ ਦੱਸੇ ਵੀ ਨਹੀਂ ਜਾਂਦੇ ਹੁੰਦੇ, ਪਰ ਇਹ ਬਾਅਦ ਵਿੱਚ ਨਹੀਂ ਪਤਾ ਲੱਗਦਾ ਕਿ ਕੀ ਕੁਝ ਸਮਝ ਕਰਦੇ ਸੀ, ਕਿੱਥੇ ਜਾ ਕੇ ਕੀ ਕਰਾਣਾ। ਆ ਨੀਲਾ ਕਾਰਡ ਦੀ ਸਕੀਮ ਮੈਂ ਲੈ ਕੇ ਆਇਆ। ਅੱਜ ਦੇਖੋ ਸਭ ਤੋਂ ਵੱਡਾ ਮੁੱਦਾ ਹੁੰਦਾ ਰੋਸ ਵੇਲੇ ਜੀ ਨੀਲਾ ਕਾਰਡ, ਨੀਲਾ ਕਾਰਡ, ਨੀਲਾ ਕਾਰਡ, ਇਹ ਸਕੀਮ ਮੈਂ ਲੈ ਕੇ ਆਇਆ। ਅਗਲਾ ਕਰ ਦਿੰਦੇ। ਅੱਜ ਦੇਖੋ 1,44,00,000 ਪੰਜਾਬ ਦੀ ਆਬਾਦੀ ਚੋਂ ਨੀਲੇ ਕਾਰਡ ਦੇ ਰਹੇ ਤੇ ਪਿੱਛੇ ਪਰਸੋਂ ਰੋਸ ਹੋਇਆ ਜੀ, ਕੀ ਰੋਸ ਜੀ, ਨੀਲੇ ਕਾਰਡ ਦੇ ਬਣਦੇ ਤੇ ਨੀਲੇ ਕਾਰਡ ਬਣਾਉਣ ਦਾ ਤਰੀਕਾ, ਉਹਦੇ ਕਾਨੂੰਨ ਕਿਵੇਂ ਲੱਗੂ, ਉਹ ਸਭ ਮੈਂ ਬਣਾਏ ਨੇ ਜੀ ਪੰਜਾਬ ਵਿੱਚ। ਮੈਂ ਪਹਿਲੀ ਕਮੇਟੀ ਬਣਾਈ ਜੀ, ਜਿਹੜੀ ਅਪੀਲ ਕਮੇਟੀ ਹੈ। ਮੇਰੇ ਖਿਆਲ ਅੱਜ ਤੱਕ ਕਿਸੇ ਨੇ ਅਪੀਲ ਵੀ ਨਹੀਂ ਕੀਤਾ, ਇੰਨਾ ਵੀ ਨਹੀਂ ਪਤਾ ਕਿ ਉਹ ਕਮੇਟੀ ਦੇ ਪਾਵਰ ਕੀ ਹੈ। ਆਰਟੀਆਈ ਜਿਹੜੀ ਆਪਾਂ ਵਾਰੀ ਆਰਟੀਆਈ ਪਾਉਂਦੇ ਆ, ਉਹ ਵੀ ਬਣਤਰ ਮੈਂ ਆ ਕੇ ਪਹਿਲੀ ਮੈਂ ਕੀਤੀ ਪੰਜਾਬ ਵਿੱਚ। ਮੈਂ ਸਾਰਾ ਤੋਂ ਪਹਿਲਾਂ ਸ਼ੁਰੂ ਕੀਤੀ। ਪਹਿਲਾਂ ਚਾਹੁੰਦਾ ਦੇਖੋ ਅੱਜ ਆਪਣੇ ਅੱਗੇ ਕਿੰਨੀ ਮੁਸ਼ਕਲ ਹੈ। ਟਰਾਲੀਆਂ ਦੀ ਟਰਾਲੀਆਂ ਚੱਲਦੀਆਂ ਜੀ, ਆਉਂਦੀਆਂ ਜੀ। ਜੇ ਆਹੀ ਨੁਮਾਇੰਦਗੀ, ਆਹੀ ਵਕਾਲਤ ਚੰਗੀ ਹੋ ਜਾਂਦੀ ਤੇ ਸ਼ਾਇਦ ਅੱਜ ਲੋਕ ਵਕਾਲਤ ਕਰਨੀ ਹਲਕੇ ਵਾਸਤੇ, ਪੰਜਾਬ ਵਾਸਤੇ, ਦੇਸ਼ ਵਾਸਤੇ ਬਹੁਤ ਜ਼ਰੂਰੀ ਹੈ ਜੀ। ਔਰ ਬੜੇ ਸੁਲਝੇ ਢੰਗ ਨਾਲ ਕੀਤੀ ਜਾਂਦੀ ਹੈ, ਕਿਸੇ ਨਾਲ ਲੜ ਝਗੜ ਕੇ ਨਹੀਂ ਉੱਥੇ ਹੁੰਦੇ। ਦੇਖੋ ਕਿਸੇ ਦੇ ਗਰੀਬ ਦੇ ਘਰ ਦਾਣੇ ਜਾਂ ਰੋਟੀ ਨਹੀਂ ਆ ਜਾਣੀ, ਕਿਸੇ ਦਾ ਨੀਲਾ ਕਾਰਡ ਨਹੀਂ ਬਣ ਜਾਣਾ, ਕਿਸੇ ਨੂੰ ਮਾੜਾ ਕਹਿ ਕੇ ਜੀ ਤੁਸੀਂ ਆਪਣੇ ਆਪ ਨੂੰ ਕੀ ਕਹਿਣ ਲੱਗੇ ਹੋ। ਹਮੇਸ਼ਾ ਜੀ ਸ਼ੁਰੂ ਜੋ ਕੰਮ ਸ਼ੁਰੂ ਕਰੀਦਾ ਸੀ ਤੇ ਅਕਸਰ ਕਿਹਾ ਜਾਂਦਾ ਸੀ ਕਲੀਅਰ ਕਰ ਦਿਓ ਜੇ ਅਦਰਵਾਈਜ਼ ਮੇਰੀ ਗੱਲ ਸੁਣੋ, ਜੇ ਕੋਈ ਸ਼੍ਰੋਮਣੀ ਅਕਾਲੀ ਦਲ ਫੈਸਲਾ ਲੈਂਦਾ ਵੀ ਟਿਕਟ ਨਹੀਂ ਦਿੰਦਾ ਤੇ ਫਿਰ ਸਰ ਕੀ ਫੈਸਲਾ ਤੇ ਕੀ ਰਣਨੀਤੀ ਹੈ ਪਰਿਵਾਰ ਦੀ? 15 ਤਰੀਕ ਦੀ ਰੈਲੀ ਹੈ ਜੀ ਸੁਖਬੀਰ ਸਿੰਘ ਬਾਦਲ ਦੀ। ਨਹੀਂ ਸਪੀਚ ਤਾਂ ਅਸੀਂ ਕਰ ਲਈ ਹੈ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਜੀ, 15 ਤਰੀਕ ਦੀ ਰੈਲੀ ਹੈ, ਉਹਦੇ ਵਿੱਚ ਕਿਆ ਅਨਾਉਂਸ ਹੋਏਗਾ ਜੀ ਕਿ ਭਾਈ ਸਾਹਿਬ ਮਾਫ ਕਰੋ, ਮੰਨੋ ਪੱਟੀ ਹਲਕੇ ਦੇ ਵਰਕਰਾਂ ਦੀ ਬਾਂਹ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੈ, ਜਿਹੜੇ ਲਵਾਰਸ ਹੋ ਕੇ ਬੈਠੇ ਨੇ, ਉੱਥੇ ਮੈਂ ਵਿਚਰੂੰਗਾ। ਔਰ ਮੈਨੂੰ ਉੱਥੋਂ ਦੇ ਵਰਕਰ ਕਹਿੰਦੇ ਆ ਕਿ ਬਲਟੋਆ ਸਾਹਿਬ ਤੁਸੀਂ ਆਓ, ਇੱਥੋਂ ਦੀ ਕਮਾਂਡ ਕਰੋ, ਇੱਥੋਂ ਲੜੋ।
ਔਰ ਜੇ ਪਾਰਟੀ ਚਾਹੂਗੀ ਤਾਂ 2022 ਦੀ ਵਿਧਾਨ ਸਭਾ ਚੋਣ ਬਲਟੋਆ ਪਰਿਵਾਰ ਚੋਂ ਇੱਕ ਜੀ ਜਿਹੜਾ ਸਾਡਾ ਆ ਉਹ ਪੱਟੀ ਤੋਂ ਮਿਲਣਗੇ। ਸਰ ਕਈ ਵਰਕਰ ਇਹੋ ਜਿਹੇ ਆ ਜਿਹੜੇ ਇੱਥੇ ਅਕਾਲੀ ਦਲ ਦੀ ਵਿਰੋਧਤਾ ਕਰਦੇ ਆ, ਉੱਥੇ ਪੱਟੀ ਆ ਕੇ ਅਕਾਲੀ ਦਲ ਦੀ ਸਪੋਰਟ ਕਰਦੇ ਆ। ਤੁਸੀਂ ਪਾਰਟੀ ਪ੍ਰਧਾਨ ਹੋ, ਜ਼ਿਲ੍ਹਾ ਪ੍ਰਧਾਨ ਹੋ, ਤੁਸੀਂ ਪਾਰਟੀ ਲੈਵਲ 'ਤੇ ਇਸ ਮੁੱਦੇ ਨੂੰ ਕਿਉਂ ਨਹੀਂ ਚੁੱਕਦੇ? ਮੈਂ ਬੇਨਤੀ ਕਰਾਂ ਜੀ, ਪਹਿਲੀ ਤਾਂ ਗੱਲ ਹੈ ਕਿ ਉਹ ਅਕਾਲੀ ਹੈ ਹੀ ਨਹੀਂ, ਇਹ ਤਾਂ ਖੁਦ ਅਕਾਲੀ ਨਹੀਂ। ਜਿਹੜੇ ਪੱਟੀ ਹਲਕੇ ਦੀ ਅਗਵਾਈ ਕਰਦੇ ਨੇ ਅਕਾਲੀ ਦਲ ਦੇ ਨਾਂ 'ਤੇ, ਉਹ ਤਾਂ ਖੁਦ ਅਕਾਲੀ ਨਹੀਂ ਗਏ। ਉਹ ਤਾਂ ਕਹਿੰਦੇ ਅਕਾਲੀ ਦਲ ਦੀ ਗੱਲ ਹੀ ਨਾ ਕਰੋ, ਕੈਰੋਂ ਪਰਿਵਾਰ ਦੀ ਗੱਲ ਕਰੋ। ਤੇ ਉਹ ਕੈਰੋਂ ਪਰਿਵਾਰ ਵਾਲੇ ਜਿਹੜੇ ਇੱਥੇ ਬੈਠੇ ਆ, ਕੋਈ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ 2022 ਦੇ ਵਿੱਚ ਸਰਕਾਰ ਬਣ ਜਾਣੀ ਹੈ, ਫਿਰ ਐਤਕੀ ਨਜਿੱਠਾਂਗੇ। ਐਤਕੀ ਹਾਈ ਨਹੀਂ ਰੱਖਦੇ, ਐਤਕੀ ਭੁਲੇਖੇ ਕੱਢਾਂਗੇ। ਜਿਹੜੇ ਇੱਥੇ ਕਾਂਗਰਸੀ ਤੇ ਉੱਥੇ ਕਹਿੰਦੇ ਆ ਕਿ ਅਸੀਂ ਅਕਾਲੀ ਦਲ ਦੇ ਆ, ਅਕਾਲੀ ਦਲ ਦੇ ਤੇ ਘੱਟ ਕਹਿੰਦੇ ਆ, ਹੋਰ ਤਰ੍ਹਾਂ ਦੇ ਬਣਦੇ ਨੇ, ਉਹ ਸਾਰੇ ਐਤਕੀ ਭੁਲੇਖੇ ਕੱਢਾਂਗੇ। ਐਤਕੀ ਕੁਛ ਨਹੀਂ ਰਹਿਣ ਦਿੰਦੇ। ਅਜਿਹਾ ਕੀ ਹੈ ਕਿ ਜਿਹੜਾ ਉਹ ਪੱਟੀ ਹਲਕਾ ਛੱਡ ਕੇ ਤੇ ਆਪਣੇ ਖੇਮਕਰਨ ਹਲਕੇ ਵੱਲ ਉਹਨਾਂ ਰੁਕ ਕੀਤਾ, ਉਹਨਾਂ ਨੂੰ ਇੱਧਰ ਕੀ ਨਜ਼ਰ ਆ ਰਿਹਾ? ਮੇਰਾ ਖਿਆਲ ਹੈ ਕਿ ਪੱਟੀ ਹਲਕੇ 'ਚ ਬਾਟੀ ਮੰਜੀ ਹੋਈ ਹੈ। ਚਲੋ ਅਸੀਂ ਤਾਂ ਨਹੀਂ ਚਾਹੁੰਦੇ, ਅਸੀਂ ਤਾਂ ਚਾਹੁੰਦੇ ਹਾਂ ਕਿ ਅਕਾਲੀ ਦਲ ਜਿੱਤੇ, ਜਿੱਤਣਾ ਵੀ ਚਾਹੀਦਾ ਹੈ ਤੇ ਜਿਤਾਵਾਂਗੇ ਵੀ। ਜੇ ਸਰਦਾਰ ਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪੱਟੀ ਤੋਂ ਟਿਕਟ ਮਿਲਦੀ ਹੈ, ਡਟ ਕੇ ਮਦਦ ਕਰਾਂਗੇ। ਸਾਡਾ ਫਰਜ਼ ਬਣਦਾ, ਅਸੀਂ ਅਕਾਲੀ ਦਲ ਦੇ ਵਿਰੁੱਧ ਨਹੀਂ ਜਾ ਸਕਦੇ, ਪਰ ਕੋਸ਼ਿਸ਼ ਕਰਾਂਗੇ ਕਿ ਐਤਕੀ ਦੀ ਟਿਕਟ ਕੱਟੀ ਜਾਵੇ। 2022 'ਚ ਜਿਹੜੀ ਹੈ ਆਦੇਸ਼ ਪ੍ਰਤਾਪ ਸਿੰਘ ਇਹ ਟਿਕਟ ਦੇ ਹੱਕਦਾਰ ਨਹੀਂ, ਕਿਉਂਕਿ ਪਾਰਟੀ ਦੇ ਵਫਾਦਾਰ ਨਹੀਂ, ਇਹ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਨਹੀਂ, ਇਹ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧਤਾ ਕਰਦੇ ਨੇ ਔਰ ਪੱਟੀ ਹਲਕੇ ਦੇ ਵਰਕਰ ਚੀਕਦੇ ਨੇ। ਇਸ ਕਰਕੇ ਇਹਨਾਂ ਨੂੰ ਪੱਟੀ ਹਲਕੇ ਤੋਂ ਜਿਹੜਾ ਇਹਨਾਂ ਦੀ ਟਿਕਟ ਕੱਟੀ ਜਾਵੇ ਔਰ ਕਿਸੇ ਵਫਾਦਾਰ ਨੂੰ, ਕਿਸੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਜਿਹੜੇ ਆਗੂ ਨੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ। ਤੇ ਇਸ ਕਰਕੇ ਜਿਹੜਾ ਉੱਥੋਂ ਇਹ ਭੱਜਣਾ ਚਾਹੁੰਦੇ ਨੇ, ਕਿਉਂਕਿ ਕਰਤੂਤ ਹੀ ਇਸ ਤਰ੍ਹਾਂ ਦੀ। ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਕਿ ਕੈਰੋਂ ਪਰਿਵਾਰ ਇਸ ਵਾਰੀ 2022 ਦੀ ਚੋਣ ਵਿਧਾਨ ਸਭਾ ਦੀ ਉਹਨਾਂ ਦਾ ਪਰਿਵਾਰ ਦਾ ਕੋਈ ਵੀ ਮੈਂਬਰ ਖੇਮਕਰਨ ਤੋਂ ਹਲਕੇ ਤੋਂ ਲੜੇਗਾ। ਤੁਸੀਂ ਲੜੀ ਜਾਣ ਜੀ, ਕੋਈ ਬੰਦਸ਼ ਥੋੜੀ ਨਹੀਂ। ਆਜ਼ਾਦ ਅਕਾਲੀ ਦਲ ਇਹਨਾਂ ਦੇ ਪਿਓ ਦਾ ਇਹ ਅਕਾਲੀ ਦਲ ਦਾ ਅੱਜ ਮਿਲਿਆ ਹੈ। ਅਕਾਲੀ ਦਲ ਬੈਠੇ ਹੈ, ਅਕਾਲੀ ਦਲ ਨੂੰ ਸਿੰਜਿਆ ਆ, ਅਕਾਲੀ ਦਲ ਦੀ ਖਾਤਰ ਕੁਰਬਾਨੀਆਂ ਕੀਤੀਆਂ ਨੇ, ਅਕਾਲੀ ਦਲ ਦੀ ਖਾਤਰ ਮਿਹਨਤ ਕੀਤੀ ਹੈ, ਅਕਾਲੀ ਦਲ ਦੀ ਖਾਤਰ ਲੋਕਾਂ 'ਚ ਰਹਿੰਦੇ ਹੈ। ਇਸ ਕਰਕੇ ਜਿਹੜਾ ਇਹ ਭੁਲੇਖਾ ਨਾ ਕੋਈ ਰੱਖੇ ਔਰ 15 ਤਰੀਕ ਨੂੰ ਬਾਕੀ ਰਹਿੰਦੀ ਵੀ ਜਿਹੜੇ ਭੁਲੇਖੇ ਆ ਉਹ ਦੂਰ ਹੋ ਜਾਣਗੇ। ਇਹ ਜਾਣਾ ਚਾਹੁੰਦੇ ਆ, ਇਹ ਕਾਂਗਰਸ ਜਾਣਾ ਚਾਹੁੰਦੇ, ਚਲੇ ਜਾਣ, ਛੇਤੀ ਜਾਣ, ਮਗਰੋਂ ਲੱਥਣ। ਜੇ ਜਾਣਾ ਚਾਹੁੰਦੇ ਆ, ਕਿਉਂ ਸਾਰਿਆਂ ਦੇ ਮੁਸੀਬਤ ਬਣੇ ਹੋਏ ਹੈ, ਇਵੇਂ ਨਵੀਂ ਤੋਂ ਨਵੇਂ ਸ਼ੋਸ਼ਾ ਜਿਹਾ ਛੱਡ ਦਿੰਦੇ ਆ। ਪਰ ਮੈਂ ਸ਼ਾਬਾਸ਼ ਦੇਣਾ ਸ਼੍ਰੋਮਣੀ ਅਕਾਲੀ ਦਲ ਦੇ ਖੇਮਕਰਨ ਹਲਕੇ ਦੇ ਵਰਕਰਾਂ ਨੂੰ ਕਿ ਇਹਨਾਂ ਦੀਆਂ 100 ਸਾਜ਼ਿਸ਼ਾਂ ਦੇ ਬਾਵਜੂਦ, ਇਹਨਾਂ ਦੇ 100 ਝੂਠੇ ਪ੍ਰਾਪੇਗੰਡੇ ਦੇ ਬਾਵਜੂਦ ਵੀ ਹੁਣ ਘਬਰਾਉਣ ਦੀ ਲੋੜ ਨਹੀਂ। ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਜੜੀ ਬੂਟੀਆਂ ਦੁਆਰਾ। ਸਾਈਲ ਹੈਲਥ ਕੇਅਰ ਅੰਮ੍ਰਿਤਸਰ ਤੇ ਬੇਔਲਾਦ ਸਰੀਰਕ ਤਾਕਤ, IBS, ਸਪਰਮ ਕਾਊਂਟਿੰਗ, ਮੈਨ ਪਾਵਰ, ਹਰ ਬਿਮਾਰੀ ਦਾ ਪੱਕਾ ਤੇ ਸਫਲ ਇਲਾਜ ਸਾਹਿਲ ਹੈਲਥ ਕੇਅਰ ਆਯੁਰਵੈਦਿਕ ਸੈਂਟਰ। ਲੇਕਿਨ ਅੱਜ ਵੀ ਸਾਡੇ ਭਾਰਤ ਦੇ ਵਿੱਚ ਆਯੁਰਵੇਦ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਹੈ, ਬਹੁਤ ਮਹੱਤਵ ਹੈ। ਆਦਮੀ ਦੇ ਵਿੱਚ ਜਿਹੜੀ ਅੰਦਰੂਨੀ ਕਮਜ਼ੋਰੀ ਆਉਂਦੀ ਹੈ ਉਹ ਕਈ ਰੋਗਾਂ ਕਰਕੇ ਆਉਂਦੀ ਹੈ। ਜਿਹੜੇ ਔਲਾਦ ਪੈਦਾ ਨਹੀਂ ਕਰ ਸਕਦੇ ਉਹਨਾਂ ਨੂੰ ਸ਼ੁਕਰਾਣੂ ਦੀ ਕਮੀ। ਮਿਲੋ ਰੋਜ਼ਾਨਾ 10 ਤੋਂ 6 ਸਾਇੰਸ ਹੈਲਥ ਕੇਅਰ ਸੈਂਟਰ 150 ਰੋਡ ਅੰਮ੍ਰਿਤਸਰ। ਸੰਡੇ ਛੁੱਟੀ।